ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਖੋ ਸਰਣਾਈ। ਜਿਹ ਸਤਿਗੁਰ ਸਿਮਰੰਤ ਨਾਨਕ ਤਿਮਰ ਮਿਟਹਿ ਖਿਨ, ਜਿਹ ਸਤਿਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ, ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਾਮ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ, ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭ੍ਰਮ ਤੇ ਫਿਰਤੇ ਪਹੁੰਚਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਕਰਬ ਨਾ ਆਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਤੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਮਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ।
सतनाम श्री वाहेगुरु साहिब जी। सोरठ महला पंजवा। घर तीजा दुपदे एक ओंकार सतगुर प्रसाद। रामदास सरोवर नाते सब उतरे पाप कमाते। निर्मल होए कर स्नाना गुर पूरै कीने दाना। रामदास सरोवर नाते सब उतरे पाप कमाते। निर्मल होए कर स्नाना गुर पूरै कीने दाना। सब कुशल खेम प्रभ धारे सही सलामत सब थोक उबारे। गुर का शब्द विचारे रहाओ। साध संग मल लाथी पार ब्रह्म भयो साथी। नानक नाम ध्याया आद पुरख प्रभ पाया। साध संग मल लाथी पार ब्रह्म भयो साथी। नानक नाम ध्याया आद पुरख प्रभ पाया। रामदास सरोवर नाते वाहिगुरु जी का खालसा वाहिगुरु जी की फतेह। राजान राज भानान भान देवान देव उपमा महान अंतरजामी सतगुरु कृपा दे खजाने भगत वत्सल वड्डे पातशाह सच्चे गुरु श्री गुरु ग्रंथ साहिब पातशाह जी की पावन ते पवित्र हजूरी विच जुड़ बैठे गुरु रूप गुरु खालसा साध संगत जी। संध्या वेले सतगुरु साहब जी की पवित्र हजूरी विच सुंदर दीवान सजाए गए हैं। सजिया होया दीवाना विच सतगुरु ने कृपा की है। गुरमुखा नूं रहरास साहिब जी का पाठ नितनेम पढ़न का बल बख्शिश किया। आप सरबत माई भाई संगतां नूं सतगुरु साहब जी ने गुरबाणी नितनेम सुनन का बल बख्शिश किया। गुरु ही बल बख्शे ते नाम जपया जा सकता है।
ਗੁਰੂ ਹੀ ਬਲ ਬਖਸ਼ੇ ਤੇ ਗੁਰਬਾਣੀ ਪੜ੍ਹੀ ਜਾ ਸਕਦੀ ਹੈ, ਨਿਤਨੇਮ ਕੀਤਾ ਜਾਂਦਾ ਹੈ। ਜੇ ਗੁਰੂ ਦੇ ਬਲ ਨਾਲ ਨਿਤਨੇਮ ਪੜ੍ਹਿਆ ਜਾਂਦਾ ਹੈ, ਗੁਰਬਾਣੀ ਪੜ੍ਹੀ ਜਾਂਦੀ ਹੈ, ਨਾਮ ਜਪਿਆ ਜਾਂਦਾ ਹੈ, ਤੇ ਗੁਰੂ ਦੇ ਬਲ ਨਾਲ ਹੀ ਨਾਮ ਸੁਣਿਆ ਜਾਂਦਾ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਸਤਿਗੁਰਾਂ ਨੇ ਸੋਹਣਾ ਸੁਭਾਗਾ, ਭਾਗਾਂ ਵਾਲਾ, ਕਰਮਾਂ ਵਾਲਾ ਸਮਾਂ ਬਖਸ਼ਿਸ਼ ਕੀਤਾ ਹੈ, ਜੋ ਆਪ ਸਰਬੱਤ ਮਾਈ ਭਾਈ ਗੁਰਬਾਣੀ ਦੀ ਕਥਾ ਨਾਲ ਜੁੜਦੇ ਹੋ, ਗੁਰਮਤਿ ਕਲਾਸ ਵਿੱਚ ਹਾਜ਼ਰੀਆਂ ਭਰਦੇ ਹੋ, ਆਪਣੇ ਜਨਮ ਨੂੰ ਸਵਾਸਾਂ ਨੂੰ ਸਫਲ ਕਰ ਰਹੇ ਹੋ। ਹੁਕਮਨਾਮੇ ਸਾਹਿਬ ਜੀ ਦੀ ਕਥਾ ਅਸੀਂ ਹਰ ਰੋਜ਼ ਸੁਣਦੇ ਹਾਂ। ਸਤਿਗੁਰੂ ਸੇਵਾ ਲੈ ਰਹੇ ਨੇ ਮਹਾਰਾਜ। ਅੱਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਹੁਕਮਨਾਮੇ ਸਾਹਿਬ ਬਖਸ਼ਿਸ਼ ਕੀਤੇ। ਆਪ ਸਰਬੱਤ ਸੰਗਤਾਂ ਨੂੰ ਪਤਾ ਹੈ ਕਿ ਪੰਜਵੇਂ ਪਾਤਸ਼ਾਹ ਨੇ ਬਹੁਤ ਹੀ ਗੁਰਬਾਣੀ ਉਚਾਰਨ ਕੀਤੀ ਹੈ, ਜਾਂ ਇਸ ਤਰ੍ਹਾਂ ਕਹਿ ਲਓ ਕਿ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ 10 ਸਰੂਪ ਧਾਰਨ ਕੀਤੇ ਤੇ 10 ਸਰੂਪਾਂ ਦੇ ਵਿੱਚੋਂ ਪੰਜਵੇਂ ਸਰੂਪ ਵਿੱਚ ਗੁਰਬਾਣੀ ਬਹੁਤ ਹੀ ਉਚਾਰਨ ਕੀਤੀ। ਤਾਂ ਕਰਕੇ ਜਿੰਨੇ ਹੁਕਮਨਾਮਿਆਂ ਸਾਹਿਬਾਂ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਉਹਦੇ ਵਿੱਚੋਂ ਬਹੁਤੇ ਹੁਕਮਨਾਮੇ ਸਾਹਿਬ ਪੰਜਵੇਂ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਆਏ ਆ। ਆਪ ਸਰਬੱਤ ਸੰਗਤਾਂ ਨੇ ਸੁਣੇ ਹਨ। ਭਗਤਾਂ ਦੇ ਵਿੱਚੋਂ ਬਹੁਤੀ ਗੁਰਬਾਣੀ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਇਸ ਕਰਕੇ ਸਾਰੇ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਹਨ। ਅੱਜ ਦੇ ਜਿਹੜੇ ਹੁਕਮਨਾਮੇ ਸਾਹਿਬ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ, ਇਸ ਹੁਕਮਨਾਮੇ ਸਾਹਿਬ ਦੇ ਅੰਦਰ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਹਿਬ ਜੀ ਦੀ ਨਗਰੀ ਦੇ ਸਰੋਵਰ ਦੇ ਭਾਰੀ ਮਹਿਮਾ ਸਤਿਗੁਰੂ ਜੀ ਨੇ ਬਿਆਨ ਕੀਤੀ ਹੈ, ਦੱਸਣਾ ਕੀਤੀ ਹੈ। ਡਿੱਠੇ ਸਭੇ ਥਾਮ ਨਹੀਂ ਤੁਧ ਜੇ, ਭਗਤ ਪੁਰਖ ਵਿਧਾਤਾ ਤਾਂ ਤੂੰ ਸੋਏ। ਬਸਤੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰਹਾ ਨਾਨਕ ਕਸਮਲ ਜਾਹੇ ਨਾਹੈ ਰਾਮਦਾਸ ਸਾਰਾ। ਸਾਰੇ ਪਾਪ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਵਿੱਚ ਜਾਈਏ, ਪਾਵਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਸਾਰੇ ਪਾਪ ਲੈ ਜਾਂਦੇ ਨੇ, ਵੱਡੇ ਵੱਡੇ ਪਾਪ ਲੈ ਜਾਂਦੇ ਨੇ। ਇਸੇ ਕਰਕੇ ਦੂਰੋਂ ਦੂਰੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਇਸ਼ਨਾਨ ਕਰਨ ਆਉਂਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਤਾਂ ਸਾਧ ਸੰਗਤ ਜੀ ਆਉਂਦੇ ਹੀ ਆਉਂਦੇ ਨੇ। ਦੁਨੀਆ ਦੇ ਕੋਨੇ-ਕੋਨੇ ਤੋਂ ਪਿਆਰ ਕਰਨ ਸਤਿਗੁਰਾਂ ਨਾਲ ਜਿਨ੍ਹਾਂ ਦਾ ਪ੍ਰੇਮ ਹੈ, ਉਹ ਚੱਲ ਕੇ ਆਉਂਦੇ ਨੇ। ਜਾਂ ਇਸ ਤਰ੍ਹਾਂ ਕਹਿ ਲਓ ਕਿ ਕਿਸੇ ਨਾ ਕਿਸੇ ਬਹਾਨੇ ਉਹ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਦੇ ਦਰਸ਼ਨ ਕਰ ਲੈਂਦੇ, ਭਾਵੇਂ ਕੋਈ ਘੁੰਮਣ ਫਿਰਨ ਨਹੀਂ ਆਉਂਦਾ ਹੋਵੇ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਰਾਮਦਾਸ ਸਰੋਵਰ ਨਾਤੇ। ਸਰੋਵਰ ਦੀ ਭਾਰੀ ਮਹਿਮਾ ਸਤਿਗੁਰੂ ਸਾਹਿਬ ਜੀ ਨੇ ਵਰਣਨ ਕੀਤੀ ਹੈ। ਅੱਜ ਦੇ ਹੁਕਮਨਾਮੇ ਸਾਹਿਬ ਦੇ ਅੰਦਰ ਸਤਿਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ? ਸ਼ਰਧਾ ਨਾਲ ਭਾਵਨਾ ਦੇ ਸਹਿਤ ਸਰਬੱਤ ਸੰਗਤਾਂ ਪਿਆਰ ਨਾਲ, ਸ਼ਰਧਾ ਨਾਲ, ਇਕਾਗਰਤਾ ਨਾਲ
ਸਰਵਣ ਕਰਕੇ ਲਾਹਿ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਤੀਜਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਵਿੱਚ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸੁਭਾਇਮਾਨ ਹੈ। 625 ਅੰਗ ਹੈ ਸਾਧ ਸੰਗਤ ਜੀ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਬੀੜ ਦਾ ਜਿੱਥੇ ਸਤਿਗੁਰੂ ਦਾ ਸ੍ਰੀ ਮੁਖ ਵਾਕ ਸ਼ਬਦ ਸੁਭਾਇਮਾਨ ਹੈ, ਸੋਭਾ ਪਾ ਰਿਹਾ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਘਰ ਤੀਜਾ, ਤੀਜੇ ਘਰ ਵਿੱਚ ਇਸ ਸ਼ਬਦ ਨੂੰ ਗਾਉਣ ਲਈ ਸਤਿਗੁਰੂ ਜੀ ਕਹੀ ਗਏ ਨੇ। ਦੋ ਪਦੇ ਨੇ ਇਸ ਸ਼ਬਦ ਦੇ। ਗੁਰਬਾਣੀ ਪੜ੍ਹਨ ਵਾਲੇ ਜਿਹੜੇ ਪ੍ਰੇਮੀ ਨੇ ਨਾ, ਗੁਰਬਾਣੀ ਨਾਲ ਪਿਆਰ ਕਰਨ ਵਾਲੇ ਜਿਹੜੇ, ਉਹ ਧਿਆਨ ਨਾਲ ਸਾਧ ਸੰਗਤ ਜੀ ਸੁਣ ਲਓ, ਧਿਆਨ ਨਾਲ ਸਰਵਣ ਕਰੋ। ਕਈ ਇਸ ਪਦ ਨੂੰ ਦੁਪਦੇ ਕਹਿੰਦੇ ਨੇ। ਦੁਪਦੇ ਨਹੀਂ ਕਹਿਣਾ, ਇਸ ਦਾ ਸ਼ੁੱਧ ਉਚਾਰਨ ਹੈ ਦੁਪਦੇ। ਇਸ ਤਰ੍ਹਾਂ ਉਚਾਰਨ ਕਰਨਾ। ਦੋ ਪਦੇ ਨੇ ਇਸ ਸ਼ਬਦ ਦੇ। ਦੁਪਦੇ ਦਾ ਅਰਥ ਕੀ ਕਰੋਗੇ? ਇਸ ਕਰਕੇ ਦੁਪਦੇ ਉਚਾਰਨ ਕਰਨਾ। ਦੋ ਪਦੇ ਨੇ ਇਸ ਸ਼ਬਦ ਦੇ। ਇੱਕ ਓੰਕਾਰ। ਕਈ ਸਾਧ ਸੰਗਤ ਜੀ ਏਕ ਓੰਕਾਰ ਪੜ੍ਹਦੇ, ਕਈ ਇੱਕ ਓੰਕਾਰ ਪੜ੍ਹਦੇ। ਸ਼ੁੱਧ ਉਚਾਰਨ ਹੈ ਇੱਕ ਓੰਕਾਰ। ਇਸ ਤਰ੍ਹਾਂ ਉਚਾਰਨ ਕਰਨਾ, ਬੋਲਣਾ। ਇੱਕ ਦਾ ਸੌਖਾ ਅਰਥ ਹੈ ਵੀ ਰੱਬ ਇੱਕ ਹੈ। ਓੰਕਾਰ ਦਾ ਸੌਖਾ ਅਰਥ ਹੈ ਵੀ ਉਹ ਸਭਨਾਂ ਨੂੰ ਪ੍ਰਕਾਸ਼ਣ ਵਾਲਾ ਹੈ, ਸਾਰਿਆਂ ਨੂੰ ਪ੍ਰਕਾਸ਼ ਉਹ ਹੀ ਦੇ ਰਿਹਾ ਹੈ। ਸਭ ਵਾਹਿਗੁਰੂ ਅਕਾਲ ਪੁਰਖ ਤੋਂ ਪ੍ਰਕਾਸ਼ ਲੈ ਰਹੇ ਨੇ। ਇੱਕ ਦਾ ਥੋੜਾ ਜਿਹਾ ਫਿਰ ਸਾਧ ਸੰਗਤ ਜੀ ਅੰਤਰੀ ਵਰਤ ਕਰੀਏ ਤੇ ਜਾਤੀ ਵਿਜਾਤੀ ਸਵੈਗਤ ਭੇਦ ਰਹੇ। ਓੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ, ਸਤਿਗੁਰ ਸੱਚਾ ਗੁਰੂ ਹੈ। ਤਿੰਨਾਂ ਕਾਲਾਂ ਵਿੱਚ ਨਾਸ ਤੋਂ ਰਹਿਤ ਹੈ। ਸਤਿਗੁਰੂ ਪਿੱਛੇ ਵੀ ਸੀ, ਹੁਣ ਵੀ ਨੇ, ਅੱਗੇ ਨੂੰ ਵੀ ਹੋਣਗੇ। ਜਿਸ ਨੂੰ ਮਹਾਰਾਜ ਨੇ ਆਖਿਆ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਤਾਂ ਕਰਕੇ ਉੱਥੇ ਸਤਿਗੁਰੂ ਨੇ ਇੰਝ ਆਖਿਆ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਥੇ ਸਤਿਗੁਰੂ ਨੇ ਸੱਚ ਲਿਖਿਆ। ਅਰਥ ਉਹੀ ਹੈ, ਤਿੰਨਾਂ ਕਾਲਾਂ 'ਚ ਸਤਿਗੁਰੂ ਦਾ ਨਾਮ ਸੱਚਾ ਹੈ। ਜਿਹੜਾ ਸਮਾਂ ਪਿੱਛੇ ਲੰਘ ਗਿਆ, ਉਹ ਜਿਹੜਾ ਸਮਾਂ ਹੁਣ ਚੱਲ ਰਿਹਾ ਇਹ, ਤੇ ਜਿਹੜਾ ਸਮਾਂ ਅੱਗੇ ਆ ਰਿਹਾ ਹੈ। ਇੱਕ ਪਾਸਟ ਹੈ, ਇੱਕ ਪ੍ਰੈਜ਼ੈਂਟ ਹੈ, ਇੱਕ ਫਿਊਚਰ ਹੈ। ਇਹਨਾਂ ਕਾਲਾਂ 'ਚ ਸਤਿਗੁਰੂ ਦਾ ਨਾਮ ਸੱਚਾ ਹੈ। ਸਤਿਗੁਰ, ਗੁਰੂ ਦਾ ਨਾਮ ਸੱਚਾ ਹੈ। ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ। ਗੋ ਨਾਮ ਗੁਰ ਦਾ ਅਰਥ ਹੁੰਦਾ ਹੈ। ਜੇ ਕੋਈ ਤੁਹਾਨੂੰ ਪੁੱਛੇ ਵੀ ਗੁਰੂ ਦਾ ਮਤਲਬ ਕੀ ਹੈ, ਉਹਦਾ ਤੁਸੀਂ ਜਵਾਬ ਦੇਣਾ ਹੈ ਕਿ ਗੁਰੂ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਸਾਨੂੰ ਸਮਝ ਦਵੇ ਉਸ ਨੂੰ ਗੁਰੂ ਕਹਿੰਦੇ ਨੇ। ਸੌਖਾ ਜਿਹਾ ਅਰਥ ਇਹ ਹੈ, ਜੇ ਕੋਈ ਤੁਹਾਨੂੰ ਪੁੱਛੇ ਨਾ ਕਿ ਗੁਰੂ ਦਾ ਮਤਲਬ ਕੀ ਹੈ, ਕਿਉਂਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਹਾਂ। ਇੱਥੇ ਕੁਝ ਨਾ ਕੁਝ ਸਿੱਖ ਕੇ ਜਾਈਦਾ ਹੁੰਦਾ ਹੈ। ਕੁਝ ਨਾ ਕੁਝ ਜ਼ਰੂਰ ਅਸੀਂ ਇੱਥੋਂ ਸਿੱਖ ਕੇ ਜਾਣਾ ਹੈ, ਕੁਝ ਸ਼ੁਭ ਸਿੱਖਿਆ ਲੈ ਕੇ ਜਾਣੀ ਹੈ।
ਔਗਣਾਂ ਦਾ ਤਿਆਗ ਕਰਨਾ ਹੈ, ਗੁਣਾਂ ਦੀ ਸਾਂਝ ਕਰਨੀ ਹੈ। ਔਗਣ ਨਹੀਂ ਸਾਧ ਸੰਗਤ ਇੱਕ ਦੂਜੇ ਦੇ ਵਿੱਚ ਚਿਤਾਰਨੇ, ਜਾਂ ਔਗਣ ਨਹੀਂ ਆਪਾਂ ਸਾਧ ਸੰਗਤ ਦੀ ਲੈਣੇ, ਗੁਣਾਂ ਦੀ ਸਾਂਝ ਕਰਨੀ ਹੈ ਤੇ ਔਗਣਾਂ ਦਾ ਤਿਆਗ ਕਰਨਾ ਹੈ। ਜੇ ਕੋਈ ਤੁਹਾਨੂੰ ਪੁੱਛੇ ਕਿ ਗੁਰੂ ਦਾ ਮਤਲਬ ਕੀ ਹੈ, ਗੁਰੂ ਦਾ ਅਰਥ ਕੀ ਹੈ, ਸੌਖਾ ਜਿਹਾ ਅਰਥ ਇਹ ਸਮਝਿਓ ਕਿ ਜਿਹੜਾ ਸਾਨੂੰ ਸਮਝ ਬਖਸ਼ੇ, ਸਮਝ ਦੇਵੇ, ਉਸ ਨੂੰ ਗੁਰੂ ਕਹਿੰਦੇ ਨੇ। ਹੋਰ ਕਹਿਣਾ ਹੋਵੇ ਤੇ ਇਸ ਤਰ੍ਹਾਂ ਆਖਿਓ ਜਿਹੜਾ ਸਾਨੂੰ ਗਿਆਨ ਦਿੰਦੇ ਆ, ਗਿਆਨ ਦੇਣ ਵਾਲੇ ਨੂੰ ਗੁਰੂ ਆਖਿਆ ਜਾਂਦਾ। ਹੋਰ ਥੋੜਾ ਜਿਹਾ ਸੌਖਾ ਕਰਨਾ ਹੋਵੇ ਤੇ ਇੰਝ ਕਹਿ ਲਿਓ ਕਿ ਜਿਹੜਾ ਸਾਨੂੰ ਵਾਹਿਗੁਰੂ ਦਾ ਗਿਆਨ ਬਖਸ਼ਦੇ ਨੇ, ਵਾਹਿਗੁਰੂ ਦਾ ਗਿਆਨ ਬਖਸ਼ ਕੇ ਸਾਨੂੰ ਵਾਹਿਗੁਰੂ ਨਾਲ ਜੋੜਦੇ ਨੇ, ਉਸ ਨੂੰ ਗੁਰੂ ਕਹਿੰਦੇ ਨੇ। ਜੇ ਥੋੜਾ ਜਿਹਾ ਇਹਦਾ ਸਾਧ ਸੰਗਤ ਜੀ ਔਖਾ ਅਰਥ ਕਰਨਾ ਹੈ, ਕਿਉਂਕਿ ਕਈਆਂ ਨੂੰ ਸੌਖੇ ਅਰਥ ਨਾਲ ਨਹੀਂ ਤਸੱਲੀ ਹੁੰਦੀ, ਫਿਰ ਗੁਰੂ ਦਾ ਅਰਥ ਇਸ ਤਰ੍ਹਾਂ ਕਰਨਾ ਹੈ ਵੀ ਗੋ ਨਾਮ ਹਨੇਰੇ ਤੇ ਰੂਪ ਨਾਮ ਪ੍ਰਕਾਸ਼ ਹੈ। ਗੋ ਦਾ ਮਤਲਬ ਹਨੇਰਾ ਹੈ, ਰੂਹ ਦਾ ਮਤਲਬ ਪ੍ਰਕਾਸ਼ ਹੈ, ਚਾਨਣ। ਹਨੇਰਾ ਕਿਹੜਾ? ਅਗਿਆਨ ਦਾ, ਤੇ ਚਾਨਣ ਕਿਹੜਾ? ਗਿਆਨ ਦਾ ਚਾਨਣ। ਅਗਿਆਨ ਦਾ ਹਨੇਰਾ ਤੇ ਗਿਆਨ ਦਾ ਚਾਨਣ। ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਚਾਨਣ ਜੋ ਸਾਨੂੰ ਬਖਸ਼ਦੇ ਨੇ, ਉਸ ਨੂੰ ਗੁਰੂ ਕਹਿੰਦੇ ਨੇ। ਉਹ ਨੇ ਗੁਰੂ। ਸਤਿਗੁਰੂ ਸਾਨੂੰ ਕਿੰਨਾ ਗਿਆਨ ਬਖਸ਼ਦੇ ਨੇ ਮਹਾਰਾਜ, ਸਾਡੇ ਉੱਤੇ ਤਰਸ ਕਰਦੇ। ਮਹਾਰਾਜ ਦੀ ਮਿਹਰਾਮਤ ਹੈ, ਸਤਿਗੁਰੂ ਦਾ ਤਰਸ ਹੈ, ਮਹਾਰਾਜ ਦੀ ਕਿਰਪਾ ਹੈ। ਕਿੰਨੀਆਂ ਗੱਲਾਂ ਅਸੀਂ ਸਤਿਗੁਰੂ ਤੋਂ ਸਿੱਖਦੇ ਹਾਂ। ਜਦੋਂ ਦੀ ਕਥਾ ਹੋ ਰਹੀ ਹੈ ਜਾਂ ਪਹਿਲਾਂ ਤੋਂ ਆਪਾਂ ਕਥਾ ਸੁਣਦੇ ਹਾਂ। ਜਿਵੇਂ ਗੁਰਮੁਖਾਂ ਨੇ ਕੱਲ੍ਹ ਪਰਸੋਂ ਦੱਸਿਆ ਸੀ ਕਿ ਇੱਥੇ ਸਤਿਗੁਰੂ ਦੀ ਕਿਰਪਾ ਨਾਲ ਕਥਾ ਵਾਚਕ ਆਉਂਦੇ ਰਹਿੰਦੇ ਨੇ, ਸ਼੍ਰੋਮਣੀ ਕਮੇਟੀ ਵੱਲੋਂ ਵੀ ਆਉਂਦੇ ਨੇ, ਹੋਰ ਜਿਹੜੇ ਤੁਸੀਂ ਸਮਾਗਮ ਮਨਾਉਂਦੇ ਹੋ, ਕਰਦੇ ਹੋ, ਉਦੋਂ ਵੀ ਤੁਸੀਂ ਬੁਲਾਉਂਦੇ ਹੋ। ਕਹਿਣ ਦਾ ਮਤਲਬ ਵੀ ਵਿੱਚ ਵਿਚਾਲੇ ਕਥਾ ਚੱਲਦੀ ਰਹਿੰਦੀ ਹੈ, ਭਾਵੇਂ ਰੋਜ਼ ਤਾਂ ਨਹੀਂ ਹੁੰਦੀ, ਪਰ ਵਿੱਚ ਵਿਚਾਲੇ ਹੋ ਜਾਂਦੀ ਹੈ। ਜਦੋਂ ਵੀ ਤੁਸੀਂ ਕਥਾ ਸੁਣਦੇ ਹੋ, ਕੋਈ ਨਾ ਕੋਈ ਗੱਲ ਤਾਂ ਸਤਿਗੁਰੂ ਸਾਨੂੰ ਸਮਝਾ ਹੀ ਦਿੰਦੇ ਨੇ, ਸਮਝ ਆ ਹੀ ਜਾਂਦੀ ਹੈ, ਸਮਝ ਪੈ ਹੀ ਜਾਂਦੀ ਹੈ। ਜਾਂ ਇਸ ਤਰ੍ਹਾਂ ਕਹਿ ਲਓ ਕਿ ਕੀਤੀ ਹੋਈ ਮਿਹਨਤ ਸਫਲ ਹੋ ਜਾਂਦੀ ਹੈ ਸਾਡੀ। ਜਿਹੜੀ ਮਿਹਨਤ ਆਪਾਂ ਕਰਦੇ ਹਾਂ, ਉਹ ਮਿਹਨਤ ਸਤਿਗੁਰੂ ਸਫਲ ਕਰ ਦਿੰਦੇ ਨੇ। ਬਹੁਤ ਸਾਰੀਆਂ ਵਿਚਾਰਾਂ ਤੋਂ ਆਪ ਸਰਬੱਤ ਸੰਗਤਾਂ ਨੇ ਸਿੱਖਿਆ ਲਈ ਹੋਵੇਗੀ। 10 ਜੂਨ ਸ਼ਾਮ ਤੋਂ ਸਾਧ ਸੰਗਤ ਦੀ ਕਥਾ ਸ਼ੁਰੂ ਹੋਈ ਹੈ। ਅੱਜ ਸਤਿਗੁਰੂ ਸਾਹਿਬ ਦੀ ਕਿਰਪਾ ਨਾਲ 11ਵਾਂ ਸਾਧ ਸੰਗਤ ਦੀ ਦਿਹਾੜਾ ਬਤੀਤ ਹੋ ਚੱਲਿਆ, ਰਹਿਣ ਆ ਗਈ ਹੈ। 11ਵੇਂ ਦਿਨ ਦੀ ਰਾਤ ਦੇ ਵੀ ਲੰਘ ਜਾਣੀ, ਕੱਲ੍ਹ ਨੂੰ 12ਵਾਂ ਦਿਨ ਪ੍ਰਾਰੰਭ ਹੋ ਜਾਣਾ, ਸ਼ੁਰੂ ਹੋ ਜਾਣਾ। ਸਮਾਂ ਆਪਣੀ ਰਫ਼ਤਾਰ ਤੁਰਿਆ ਜਾਂਦਾ ਹੈ, ਕਿਸੇ ਦੀ ਉਡੀਕ ਨਹੀਂ ਕਰਦਾ। ਦੇਖੋ ਸਮਾਂ ਲੰਘ ਤੁਰਿਆ, ਲੰਘ ਚੱਲਿਆ। ਗੁਰਮੁਖਾਂ ਨੇ ਲਾਹਾ ਲੈ ਲੈਣਾ, ਪਰ ਜਿਹੜੇ ਗੁਰਮੁਖ ਨਹੀਂ, ਮਨਮੁਖ ਨੇ, ਉਹ ਰਹਿ ਜਾਣਗੇ। ਸਾਧ ਸੰਗਤ ਜੀ, ਸਾਨੂੰ ਖੁਸ਼ੀ ਨਹੀਂ ਹੋਈ ਇਸ ਚੀਜ਼ ਉੱਤੇ। ਇਹ ਨਾ ਸੁਣਿਓ, ਇਹ ਨਾ ਸੋਚਿਓ ਕਿ ਗੁਰਮੁਖ ਲਾਹਾ ਲੈ ਚੱਲਦੇ ਨੇ। ਇਸ ਚੀਜ਼ ਦੀ ਤਾਂ ਖੁਸ਼ੀ ਹੈ, ਪਰ ਮਨਮੁਖ ਰਹਿ ਚੱਲੇ ਨੇ। ਇਸ ਚੀਜ਼ ਦਾ ਦੁੱਖ ਵੀ ਹੈ ਵੀ ਕਿਉਂ ਰਹਿ ਚੱਲੇ ਨੇ, ਕਿਉਂ ਰਹਿ ਗਏ ਆ, ਉਹ ਕਿਉਂ ਨਹੀਂ ਲਾਹਾ ਲੈ ਸਕੇ। ਲਾਹਾ ਲੈ ਲੈਣਾ ਚਾਹੀਦਾ ਸੀ। ਇਸ ਲਾਹੇ ਨੇ ਲੋਕ ਸਵਾਰਨਾ ਸੀ, ਇਸ ਲਾਹੇ ਨੇ ਪਰਲੋਕ ਸਵਾਰਨਾ ਸੀ। ਇਸ ਲਾਹੇ ਨਾਲ ਲੋਕ ਵੀ ਸੁਧਰਨਾ ਸੀ, ਲੋਕ ਵੀ ਸੁਹੇਲਾ ਹੋਣਾ ਸੀ। ਇਸ ਲਾਹੇ ਨਾਲ ਪਰਲੋਕ ਵੀ ਸੁਹੇਲਾ ਹੋਣਾ ਸੀ। ਲਾਹਾ ਲੈਣਾ ਚਾਹੀਦਾ ਸੀ। ਬਾਰ-ਬਾਰ ਬੇਨਤੀਆਂ ਕਰਨ ਦਾ ਮਤਲਬ ਇਹੀ ਹੈ ਕਿ ਅੰਦਰ ਨਹੀਂ ਚਾਹੁੰਦਾ ਕਿ ਸਾਡੇ ਭੈਣ ਭਰਾ ਰਹਿ ਜਾਣ, ਉਹ ਨਾ ਲਾਹਾ ਲੈਣ। ਅੰਦਰ ਚਾਹੁੰਦਾ ਕਿ ਲਾਹਾ ਲੈਣ।
ਤਾਂ ਕਰਕੇ ਬਾਰ-ਬਾਰ ਬੇਨਤੀਆਂ ਕੀਤੀਆਂ ਜਾਂਦੀਆਂ ਵੀ ਰਹਿ ਨਾ ਜਾਇਓ, ਲਾਹਾ ਲੈ ਲਓ, ਤਰ ਜਾਓਗੇ। ਪਰ ਬੰਦੇ ਦੇ ਜਦੋਂ ਭਾਗ ਸਾਧ ਸੰਗਤ ਜੀ ਕਰਮ ਉੱਠੇ ਹੋਣ ਨਾ, ਬੰਦੇ ਦੇ ਜਦੋਂ ਲੇਖ ਉੱਠੇ ਹੋਣ, ਭਾਗ ਚੰਗੇ ਨਾ ਹੋਣ, ਉਦੋਂ ਕਹਿੰਦੇ ਨੇ ਜਿਹੜੀ ਜੋਗ ਹੁੰਦੀ ਹੈ ਨਾ, ਜੋਗ ਉਹ ਵੀ ਮੱਝ ਦੇ ਥਣਾ ਨਾਲ ਭਾਵੇਂ ਚੰਬੜ ਜਾਵੇ, ਦੁੱਧ ਤਾਂ ਨਹੀਂ ਦੇਦੀ, ਲਹੂ ਪੀਂਦੀ। ਕੱਟਾ ਬੱਚਾ ਜਿਹੜਾ ਗਾਂ ਦਾ, ਮੱਝ ਦਾ ਕੱਟਾ ਤੇ ਗਾਂ ਦਾ ਬੱਚਾ, ਬੱਚੀ ਜਾਂ ਕੱਟੀ, ਉਹ ਦੁੱਧ ਪੀਂਦੇ ਨੇ। ਵੇਖੋ ਇਸੇ ਤਰ੍ਹਾਂ ਇੱਕ ਉਦਾਹਰਣ ਹੈ, ਸਮਝਣ ਲਈ ਸੌਖੀ ਜਿਹੀ ਉਦਾਹਰਣ ਹੈ। ਕਈ ਵਾਰ ਨੇੜੇ ਹੋ ਕੇ ਵੀ ਰਹਿ ਜਾਈਦਾ, ਕਈ ਵਾਰ ਨੇੜੇ ਹੋ ਕੇ ਵੀ ਲਾਹਾ ਨਹੀਂ ਲਿਆ ਜਾਂਦਾ। ਸਤਿਗੁਰੂ ਨੇ ਪੁੰਨਿਆ ਸੰਗਰਾਂਦ ਮੱਸਿਆ ਗੁਰੂ ਘਰਾਂ 'ਚ ਮਨਾਈ ਜਾਂਦੀ ਹੈ। ਕੋਈ ਨਾ ਕੋਈ ਦਿਨ ਤਿਉਹਾਰ ਚੱਲਦਾ ਹੀ ਰਹਿੰਦਾ ਹੈ, ਸਮਾਗਮ ਚੱਲਦੇ ਹੀ ਰਹਿੰਦੇ। ਦੋ ਟਾਈਮ, ਦੋ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੀਵਾਨ ਸਜਦੇ ਨੇ। ਸਤਿਗੁਰੂ ਚਾਹੁੰਦੇ ਨੇ ਕਿ ਸਾਧ ਸੰਗਤ ਜੀ ਗੁਰੂ ਦਾ ਸਿੱਖ ਲਾਹਾ ਲਵੇ। ਸਤਿਗੁਰੂ ਚਾਹੁੰਦੇ ਨੇ ਕਿ ਗੁਰੂ ਦਾ ਸਿੱਖ ਇਸ ਲੋਕ ਨੂੰ ਵੀ ਸਵਾਰੇ ਤੇ ਪਰਲੋਕ ਨੂੰ ਵੀ ਸਵਾਰੇ। ਲੋਕ ਵੀ ਸੁਹੇਲਾ ਕਰੇ, ਪਰਲੋਕ ਵੀ ਸੁਹੇਲਾ ਕਰੇ, ਸਤਿਗੁਰੂ ਚਾਹੁੰਦੇ ਨੇ। ਸਤਿਗੁਰੂ ਮਿਹਨਤ ਸਾਧ ਸੰਗਤ ਦੀ ਸਾਡੀ ਕੀਤੀ ਹੋਈ ਮਿਹਨਤ ਨੂੰ ਰੰਗ ਲਾਉਂਦੇ ਨੇ, ਭਾਗ ਲੱਗ ਜਾਂਦੇ ਨੇ। ਮਨਮੁਖ ਕਿਉਂ ਰਹਿ ਚੱਲਦੇ ਨੇ? ਇਸ ਚੀਜ਼ ਦਾ ਦੁੱਖ ਹੈ, ਇਸ ਚੀਜ਼ ਦਾ ਦੁੱਖ ਹੈ। ਅੱਜ ਬੜੀਆਂ ਬੇਨਤੀਆਂ ਕਰਨੀਆਂ ਪੈਂਦੀਆਂ, ਬੇਨਤੀਆਂ ਕਰਨ ਦੇ ਬਾਵਜੂਦ ਵੀ ਜਦੋਂ ਸਾਡੇ ਉੱਤੇ ਅਸਰ ਨਹੀਂ ਹੁੰਦਾ, ਫਿਰ ਵੀ ਸਾਧ ਸੰਗਤ ਦੀ ਸੰਗਤ ਉੱਤੇ ਗੁੱਸਾ ਤਾਂ ਨਹੀਂ ਆਉਂਦਾ, ਰੋਸ ਤਾਂ ਨਹੀਂ ਆਉਂਦਾ, ਪਰ ਇੱਕ ਮਨ ਗੱਲ, ਇੱਕ ਵਿਚਾਰ ਮਨ ਵਿੱਚ ਆਉਂਦੀ ਹੈ, ਗੱਲ ਮਨ ਵਿੱਚ ਆਉਂਦੀ ਹੈ ਕਿ ਸੰਗਤ ਜੀ ਤੁਹਾਡਾ ਕਸੂਰ ਕੋਈ ਨਹੀਂ, ਤੁਹਾਡੇ ਭਾਗ ਮਾੜੇ ਨੇ, ਉਹ ਨਹੀਂ ਤੁਹਾਨੂੰ ਅੱਗੇ ਵਧਣ ਦਿੰਦੇ। ਉਹ ਜਿਹੜੇ ਮਾੜੇ ਭਾਗਾਂ ਦਾ ਬੰਧਨ ਹੈ ਨਾ, ਰੱਸਾ ਪਿਆ ਹੋਇਆ, ਉਹ ਨਹੀਂ ਅੱਗੇ ਵਧਣ ਦਿੰਦੇ, ਉਹ ਨਹੀਂ ਤੁਰਨ ਦਿੰਦੇ, ਭਾਗ ਮਾੜੇ ਨੇ। ਸਤਿਗੁਰੂ ਕਿਰਪਾ ਕਰੇ ਕਿਤੇ ਮਾੜੇ ਭਾਗਾਂ ਦੀ ਜਿਹੜੀ ਮੈਲ ਹੈ ਨਾ, ਉਹ ਲੈ ਜਾਵੇ ਤੇ ਸਾਨੂੰ ਸਮਝ ਆਵੇ। ਜਿਹੜਾ ਭਰਮ ਪਿਆ ਹੋਇਆ ਉਹ ਭਰਮ ਕਿਤੇ ਖਤਮ ਹੋ ਜਾਵੇ। ਜਿਸ ਵੇਲੇ ਹਨੇਰਾ ਹੋਵੇ, ਹਨੇਰੇ ਦੇ ਵਿੱਚ ਰੱਸੀ ਸੁੱਟਦੇ ਹੋਵੇ ਹਨੇਰਾ, ਤੇ ਉਹ ਰੱਸੀ ਨਹੀਂ ਲੱਗਦੀ, ਉਹ ਰੱਸੀ ਸੱਪ ਲੱਗਦੀ ਹੈ। ਜਿਸ ਵੇਲੇ ਚਾਨਣ ਕਰੀਦਾ ਜਾਂ ਚਾਨਣ ਹੁੰਦਾ, ਉਹ ਅਸੀਂ ਰੱਸੀ ਨੂੰ ਦੇਖਦੇ ਹਾਂ, ਉਹ ਅਸੀਂ ਕਹਿੰਦੇ ਹਾਂ ਮਨਾ ਤੂੰ ਐਵੇਂ ਡਰੀ ਜਾਂਦਾ ਸੀ, ਸੱਪ ਤੇ ਨਹੀਂ ਸੀ, ਇਹ ਰੱਸੀ ਸੀ। ਉਹ ਕੀ ਸੀ? ਭਰਮ ਸੀ ਸਾਡਾ। ਹਨੇਰੇ ਕਰਕੇ ਸਾਨੂੰ ਰੱਸੀ ਸੱਪ ਲੱਗਦੀ ਸੀ, ਹਨੇਰੇ ਕਰਕੇ। ਵੈਸੇ ਉਹ ਸੱਪ ਹੈ ਨਹੀਂ ਸੀ। ਆਹ ਤੁਸੀਂ ਹੁਣੇ ਕਰਕੇ ਵੇਖ ਲਓ, ਰਸਤੇ 'ਚ ਕੋਈ ਕੀੜਾ ਪਿਆ ਹੋਵੇ ਨਾ, ਕੋਈ ਰੱਸੀ ਪਈ ਹੋਵੇ, ਕੋਈ ਲੀਰ ਪਈ ਹੋਵੇ, ਰਾਤ ਹੋਵੇ, ਹਨੇਰਾ ਹੋਵੇ, ਤੇ ਉਹ ਸੱਪ ਲੱਗਦੀ ਹੈ ਵੀ ਸੱਪ ਹੈ। ਪਰ ਜਿਸ ਵੇਲੇ ਬੈਟਰੀ ਮਾਰੀ ਦੀ ਹੈ, ਚਾਨਣ ਕਰੀਦਾ, ਲੋ ਹੁੰਦੀ ਹੈ, ਬਲਬ ਜਗਾਈਦਾ, ਉਸ ਵੇਲੇ ਉਹ ਭਰਮ ਨਿਕਲਦਾ ਹੈ। ਕਾਹਦੇ ਨਾਲ ਨਿਕਲਿਆ? ਚਾਨਣ ਨਾਲ। ਲੋ ਹੋਈ ਤਾਂ ਭਰਮ ਦੂਰ ਹੋਇਆ। ਕਈ ਵਾਰ ਸਾਧ ਸੰਗਤ ਬੰਦਾ ਹਨੇਰੇ 'ਚ ਐਵੇਂ ਡਰੀ ਜਾਵੇ, ਕਈ ਵਾਰ ਰੁੱਖਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਖੜਿਆ ਹੁੰਦਾ ਹੈ, ਖਲੋਤਾ ਹੁੰਦਾ ਹੈ, ਹਨੇਰੇ 'ਚ ਇੰਝ ਲੱਗਦਾ ਹੈ ਕੋਈ ਖਲੋਤਾ ਹੁੰਦਾ। ਜਿਵੇਂ ਏਦਾਂ ਹੋਇਆ ਹੋਣਾ ਕਈ ਵਾਰ। ਉਹ ਜਿਸ ਵੇਲੇ ਬੈਟਰੀ ਮਾਰੀ ਦੀ ਹੈ, ਚਾਨਣ ਕਰੀਦਾ, ਲੋਕ ਕਰੀਦੀ ਹੈ, ਉਹ ਸਾਧ ਸੰਗਤ ਹੁੰਦਾ ਰੁੱਖ ਹੈ।
ਜਾਂ ਕੋਈ ਹੋਰ ਚੀਜ਼ ਹੁੰਦੀ, ਸਾਨੂੰ ਭੁਲੇਖਾ ਪੈ ਜਾਂਦਾ। ਫਿਰ ਅਸੀਂ ਮਨ ਵਿੱਚ ਨਾਲ ਹੀ ਮਨ 'ਚ ਵਿਚਾਰ ਆ ਜਾਂਦੇ ਵੀ ਉਹ ਤੂੰ ਐਵੇਂ ਕਰੀ ਜਾਂਦਾ ਸੀ, ਇਹ ਤੇ ਰੁੱਖ ਹੈ। ਇਹਨੂੰ ਵੀ ਕਹਿੰਦੇ ਨੇ ਭਰਮ। ਭਰਮ ਕਾਹਦੇ ਨਾਲ ਦੂਰ ਹੋਇਆ? ਗਿਆਨ ਨਾਲ, ਚਾਨਣ ਨਾਲ। ਚਾਨਣ ਨੇ ਦੂਰ ਕੀਤਾ। ਜੇ ਲਾਈਟ ਨਾ ਜਗਾਉਂਦੇ, ਬੱਤੀ ਨਾ ਜਗਾਉਂਦੇ, ਬੈਟਰੀ ਨਾ ਜਗਾਉਂਦੇ ਤਾਂ ਉਹ ਭਰਮ ਨਹੀਂ ਸੀ ਦੂਰ ਹੋਣਾ, ਉਹ ਪਿਆ ਰਹਿਣਾ ਸੀ। ਇਸੇ ਤਰ੍ਹਾਂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਵੇਰੇ ਸ਼ਾਮ ਲਾਈਟ ਜਗਾਉਂਦੇ ਨੇ, ਚਾਨਣ ਕਰਦੇ ਨੇ ਵੀ ਮੇਰੇ ਸਿੱਖ ਬਾਣੀ ਸੁਣਨਾ, ਇਹਨਾਂ ਦੇ ਬਾਣੀ ਸੁਣਨ ਨਾਲ ਪਏ ਹੋਏ ਭਰਮ ਚੱਕੇ ਜਾਣ, ਚਾਨਣ ਹੋ ਜਾਵੇ, ਗਿਆਨ ਹੋ ਜਾਵੇ। ਸਤਿਗੁਰੂ ਸਵੇਰੇ ਸ਼ਾਮ ਪ੍ਰਕਾਸ਼ ਨਹੀਂ ਕਰਦੇ, ਚਾਨਣ ਕਰਦੇ, ਸਤਿਗੁਰੂ ਨਾਮ ਦਾ, ਬਾਣੀ ਦਾ ਚਾਨਣ ਕਰਦੇ। ਇੱਕ ਗੱਲ ਹੋਰ ਤੁਸੀਂ ਨੋਟ ਕਰਿਓ, ਜਿਹੜਾ ਇਹ ਸਾਧ ਸੰਗਤ ਜੀ ਭਰਮ ਸੀ ਕਾਹਦੇ ਨਾਲ ਦੂਰ ਹੋਇਆ? ਪ੍ਰਕਾਸ਼ ਨਾਲ, ਚਾਨਣ ਨਾਲ ਦੂਰ ਹੋ ਗਿਆ। ਜਦੋਂ ਹਨੇਰਾ ਸੀ ਤੇ ਉਦੋਂ ਸਾਧ ਸੰਗਤ ਜੀ ਰੱਸੀ ਸਭ ਲੱਗਦੀ ਸੀ। ਹਨੇਰਾ ਦੂਰ ਹੋਇਆ, ਚਾਨਣ ਹੋਇਆ, ਪ੍ਰਕਾਸ਼ ਹੋਇਆ ਤੇ ਰੱਸੀ ਲੱਗਣ ਲੱਗ ਪਈ। ਅਜੇ ਅਸੀਂ ਹਨੇਰੇ ਵਿੱਚ ਹਾਂ ਤਾਂ ਸਾਨੂੰ ਹਾਰ ਸ਼ਿੰਗਾਰ, ਦੁਨੀਆ ਦੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ। ਜਿੱਦਣ ਸਾਡੇ ਅੰਦਰ ਪ੍ਰਕਾਸ਼ ਹੋ ਗਿਆ, ਅਸੀਂ ਸਮਝ ਲਵਾਂਗੇ ਵੀ ਇਹ ਦੁਨੀਆ ਦੀਆਂ ਜਿਹੜੀਆਂ ਚੀਜ਼ਾਂ ਨੇ ਕੁਝ ਵੀ ਨਹੀਂ, ਕੇਵਲ ਨਾਮ ਹੀ ਹੈ ਸਭ ਕੁਝ, ਕੇਵਲ ਨਾਮ। ਮੈਂ ਬੜਾ ਸੋਚਦਾ ਸੀ, ਸਾਧ ਸੰਗਤ ਦੀ ਸੋਚ ਕੇ ਇਸ ਨਤੀਜੇ ਤੇ ਪਹੁੰਚਿਆ ਕਿ ਕਿਤੇ ਨਾ ਕਿਤੇ ਮਾਇਆ ਕਾਰਨ ਬਣੀ ਹੈ ਗੁਰੂ ਤੋਂ ਦੂਰ ਕਰਨ ਦੀ। ਮਾਇਆ ਵਿੱਚ ਕੰਧ ਬਣੀ ਹੋਈ, ਗੁਰੂ ਤੋਂ ਦੂਰ ਹੋ ਗਏ ਆਪਾਂ। ਮਾਇਆ ਕੰਧ ਬਣੀ। ਸਤਿਗੁਰੂ ਕਿਰਪਾ ਕਰੇ, ਰੂਹ ਜਿਹੜਾ ਅਗਿਆਨ ਤੇ ਗੂ ਜਿਹੜਾ ਅਗਿਆਨ ਦਾ ਜਿਹੜਾ ਹਨੇਰਾ ਹੈ ਉਹ ਦੂਰ ਹੋਵੇ ਤੇ ਗੂ ਪ੍ਰਕਾਸ਼ ਗਿਆਨ ਜਿਹੜਾ ਹੈ ਉਹ ਸਾਨੂੰ ਸਤਿਗੁਰੂ ਬਖਸ਼ੇ। ਅਗਿਆਨ ਦਾ ਹਨੇਰਾ ਦੂਰ ਹੋਵੇ ਤੇ ਗਿਆਨ ਦਾ ਸਾਧ ਸੰਗਤ ਚਾਨਣ ਸਾਨੂੰ ਨਸੀਬ ਹੋਵੇ। ਬੰਦਾ ਤੇ ਬੰਦਾ ਹੀ ਹੁੰਦਾ, ਉਹੀ ਬੰਦਾ ਹੁੰਦਾ ਹੈ। ਬੰਦੇ ਦੀ ਸੋਚ ਬਦਲ ਜਾਂਦੀ ਹੈ, ਬੰਦੇ ਦਾ ਰੰਗ ਰੂਪ ਥੋੜਾ ਬਦਲਦਾ ਹੈ, ਉਹੀ ਹੁੰਦਾ ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਹੋਣਾ ਹੈ। ਸੋਚ ਮਾੜੀ ਹੋ ਗਈ ਤੇ ਬੰਦਾ ਮਾੜਾ ਹੋ ਗਿਆ, ਸੋਚ ਚੰਗੀ ਹੋ ਗਈ ਤੇ ਬੰਦਾ ਚੰਗਾ ਹੋ ਗਿਆ। ਸੋਚ ਪਾਪਣ ਹੋ ਗਈ ਤੇ ਬੰਦਾ ਪਾਪੀ ਹੋ ਗਿਆ, ਸੋਚ ਪੁੰਨਾਂ ਵਾਲੀ ਹੋ ਗਈ ਤੇ ਬੰਦਾ ਪੁੰਨੀ ਹੋ ਗਿਆ। ਸੋਚ ਮੈਲੀ ਹੋ ਗਈ ਤੇ ਬੰਦਾ ਮੈਲ ਨਾਲ ਭਰ ਜਾਊਗਾ, ਸੋਚ ਸੁੱਚੀ ਹੋ ਗਈ ਤੇ ਬੰਦਾ ਪਵਿੱਤਰ ਹੋ ਜਾਊਗਾ। ਸੋਚ ਤੇ ਗੱਲ ਕਰੀ, ਪਰ ਨਾਮ ਬਾਣੀ ਨਾਲ ਇਹ ਸਾਰਾ ਕੁਝ ਹੋਣਾ ਹੈ। ਹੱਥ ਉਹੀ ਰਹਿੰਦੇ ਨੇ, ਉਹੀ ਹੱਥ ਕਦੇ ਸ਼ਰਾਬ ਕੱਢਦੇ ਸੀ। ਸੋਚ ਸੀ ਅੰਦਰ ਮੈਲੀ ਭੈੜੀ ਸੋਚ ਸੀ, ਇਹੀ ਹੱਥ ਬੁਰਾ ਕਰਦੇ ਸੀ, ਸੋਚ ਸੀ। ਇਹ ਜਿਹੜਾ ਸਾਡਾ ਸਰੀਰ ਹੈ ਸਾਧ ਸੰਗਤ ਜੀ, ਇਹ ਇੱਕ ਗੱਡੀ ਹੈ, ਗੱਡੀ ਹੈ। ਸਾਡਾ ਜਿਹੜਾ ਸਰੀਰ ਹੈ ਨਾ, ਇਹ ਗੱਡੀ ਹੈ। ਇਹਦੇ ਵਿੱਚ ਡਰਾਈਵਰ ਜਿਹੜਾ ਹੈ ਮਨ ਬੈਠਾ ਹੈ। ਮਨ ਦਾ ਜਿੱਧਰ ਨੂੰ ਜੀ ਕਰਦਾ ਉੱਧਰ ਹੀ ਭਜਾਈ ਕਰਦਾ ਹੈ। ਇਹੀ ਹੱਥ ਸੇਵਾ ਕਰਦੇ, ਇਹੀ ਹੱਥ ਪਾਪ ਕਰਦੇ, ਬੁਰਾ ਵੀ ਕਰਦੇ, ਚੰਗਾ ਵੀ ਕਰਦੇ। ਹੱਥ ਦਾ ਇਹੀ ਹੈ, ਪਰ ਅੰਦਰਲੀ ਸੋਚ ਕਰਾਉਂਦੀ ਹੈ, ਮਨ ਕਰਾਉਂਦਾ ਹੈ। ਤਾਂ ਹੀ ਸਾਧ ਸੰਗਤ ਜੀ ਸਤਿਗੁਰੂ ਨੇ ਆਖਿਆ ਹੈ ਕਿ ਮਨ ਜੋੜੋ ਨਾਮ ਵਿੱਚ, ਮਨ ਜੋੜੋ। ਹੁਣ ਮਨ ਦੀ ਦਵਾ ਕਿੱਥੋਂ ਮਿਲੂ? ਕਿਹੜੇ ਡਾਕਟਰ ਕੋਲੋਂ ਮਿਲੂ? ਕਿਹੜੇ ਪੰਸਾਰੀ ਕੋਲੋਂ ਮਿਲੂ ਮਨ ਦੀ ਦਵਾ? ਦੱਸੋ। ਮਨ ਦੀ ਦਵਾ ਨਹੀਂ ਕਿਤੇ ਬਣੀ, ਨਾ ਕਿਤੇ ਬਣਨੀ ਹੈ। ਮਨ ਦੀ ਦਵਾ ਕੇਵਲ ਸਤਿਗੁਰਾਂ ਕੋਲੇ ਹੈ। ਜੇ ਸਾਧ ਸੰਗਤ ਜੀ ਮਨ ਜਿੱਡਾ ਵੱਡਾ ਮਨ ਦਾ ਜਿੱਡਾ ਵੱਡਾ ਦੁੱਖ ਹੈ ਨਾ, ਮਨ ਦਾ ਹੀ ਦੁੱਖ ਹੈ ਸਾਰਾ। ਮਨ ਹੀ ਕਹਿੰਦਾ ਹੈ ਮੈਨੂੰ ਗਰਮੀ ਲੱਗਦੀ ਹੈ, ਐਸੀ ਚਾਹੀਦਾ। ਮਨ ਹੀ ਕਹਿੰਦਾ, ਸਰੀਰ ਨੂੰ ਨਹੀਂ ਲੱਗਦੀ, ਮਨ ਕਹਿੰਦਾ। ਮਨ ਕਹਿੰਦਾ ਸਰੀਰ ਤਾਂ ਮੰਗਦਾ, ਮਨ ਕਹਿੰਦਾ।
ਮਾਨੇ ਨੂੰ ਕਹਿੰਦਾ ਵੀ ਤੂੰ ਮੰਗ ਵੀ ਤੈਨੂੰ ਗਰਮੀ ਲੱਗਦੀ ਹੈ। ਮਨ ਸਾਧ ਸੰਗਤ ਜੀ ਨੂੰ ਕਹਿੰਦਾ ਵੀ ਤੂੰ ਬੁਰਾ ਕਰ। ਮਨ ਇੱਕ ਇਹੋ ਜਿਹਾ ਸ਼ੈਤਾਨ ਸਾਧ ਸੰਗਤ ਜੀ ਸਾਡੇ ਸਰੀਰ ਦੇ ਵਿੱਚ ਕਹਿ ਲਓ ਵੀ ਇਹੋ ਜਿਹਾ ਇੱਕ ਸ਼ੈਤਾਨ ਬੈਠਾ ਹੈ, ਕੰਮ ਸਾਰੇ ਇਹ ਕਰਦਾ ਹੈ ਤੇ ਬੁਰਾ ਸਰੀਰ ਨੂੰ ਬਣਾ ਦਿੰਦਾ ਹੈ। ਕੰਮ ਸਾਰੇ ਇਹ ਕਰਦਾ ਹੈ, ਬੁਰਾ ਸਰੀਰ ਨੂੰ ਬਣਾ ਦਿੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਮਨ ਜੋੜੋ ਭਾਈ, ਨਾਮ ਚ ਜੋੜੋ, ਸਤਿਗੁਰੂ ਕਿਰਪਾ ਕਰੇ ਅੰਦਰੋਂ ਉਹ ਸੋਚ ਬਦਲ ਜਾਵੇ, ਇਹੀ ਹੱਥ ਸੇਵਾ ਕਰਨ ਲੱਗ ਪੈਣਾ। ਗੱਡੀ ਸਾਧ ਸੰਗਤ ਜੀ, ਗੱਡੀ ਦੇ ਵਿੱਚ ਡਰਾਈਵਰ ਬੈਠੇ, ਉਹੀ ਗੱਡੀ ਉਹ ਠੇਕੇ ਨੂੰ ਲੈ ਜਾਵੇ। ਗੱਡੀ ਨੇ ਥੋੜਾ ਕਹਿਣਾ ਮੈਂ ਜਾਣਾ ਨਹੀਂ, ਉਹਨੇ ਤਾਂ ਤੁਰਨਾ ਜਿੱਧਰ ਨੂੰ ਮਰਜ਼ੀ, ਉਹਦਾ ਸਟੇਅਰਿੰਗ ਘੁਮਾਈ ਜਾਓ, ਜਿੱਧਰ ਨੂੰ ਮਰਜ਼ੀ ਮੋੜ ਕੱਟੀ ਜਾਓ, ਭਾਵੇਂ ਕੰਧ ਚ ਠੋਕ ਦਿਓ ਤੇ ਭਾਵੇਂ ਸੜਕ ਤੇ ਚਲਾਈ ਜਾਓ। ਉਹਨੇ ਕਿਹੜਾ ਨਾ ਕਰਨੀ, ਜਿੱਧਰ ਨੂੰ ਮਰਜ਼ੀ ਵਾੜ ਦਿਓ। ਗੱਲ ਤੇ ਡਰਾਈਵਰ ਦੀ ਹੈ ਕਿ ਡਰਾਈਵਰ ਕਿਹੋ ਜਿਹਾ ਚਾਹੀਦਾ ਹੈ, ਕਿਹੋ ਜਿਹਾ ਬੈਠਾ ਹੈ, ਕਿਹੋ ਜਿਹੀ ਸੋਚਣੀ ਵਾਲਾ ਬੈਠਾ। 120 ਦੀ ਸਪੀਡ ਤੇ ਚਲਾਉਣੀ ਹੈ ਉਹਨੇ, ਉਹਨੂੰ ਚੱਲ ਪੈਣਾ 150 ਦੀ ਸਪੀਡ ਤੇ ਚਲਾਉਣੀ ਉਹਨੇ, 50 ਦੀ। ਇਹ ਤਾਂ ਡਰਾਈਵਰ ਦੇ ਹੱਥ ਹੈ। ਗੱਡੀ ਨੇ ਤਾਂ ਉਹੀ ਕੁਝ ਕਰਨਾ ਜੋ ਡਰਾਈਵਰ ਚਾਹੁੰਦਾ ਹੈ। ਆਪਣੇ ਆਪ ਉਹਦਾ ਏਸੀ ਨਹੀਂ ਚੱਲਦਾ, ਆਪਣੇ ਆਪ ਗੱਡੀ ਨਹੀਂ ਚੱਲਦੀ, ਆਪਣੇ ਆਪ ਮੁੜਦੀ ਨਹੀਂ, ਆਪਣੇ ਆਪ ਖਲੋਦੀ ਨਹੀਂ, ਆਪਣੇ ਆਪ ਉਹ ਵੱਜਦੀ ਨਹੀਂ। ਡਰਾਈਵਰ ਹੀ ਮਾਰਦਾ ਜਦੋਂ ਮਾਰਦਾ, ਗੱਡੀ ਥੋੜਾ ਵੱਜਦੀ ਹੈ ਕਿਸੇ ਵਿੱਚ। ਮਨ ਜਿਹੜਾ ਹੈ ਇਸੇ ਤਰ੍ਹਾਂ ਇੱਕ ਡਰਾਈਵਰ ਹੈ ਤੇ ਸਰੀਰ ਸਾਡਾ ਗੱਡੀ ਹੈ। ਇਹ ਸਾਹ ਸੰਗ ਸਰੀਰ ਨੂੰ ਭਜਾਈ ਕਰਦਾ ਸਾਰੇ ਪਾਸੇ, ਸਰੀਰ ਨੂੰ ਭਜਾਈ ਕਰਦਾ, ਸਾਹ ਨਹੀਂ ਆਉਣ ਦਿੰਦਾ। ਗੁਰੂ ਕਹਿੰਦੇ ਮਨ ਵਾਸ ਕਰ ਲੈ, ਤੇ ਮਨ ਵਾਸ ਕਿੱਦਾਂ ਹੋਣਾ ਹੈ? ਜੇ ਪੂਰੇ ਗੁਰੂ ਦੀ ਪੂਰੀ ਕਿਰਪਾ ਹੋਈ ਉਦੋਂ, ਤੇ ਪੂਰੇ ਗੁਰੂ ਦੀ ਪੂਰੀ ਕਿਰਪਾ ਲੈਣ ਲਈ ਫਿਰ ਸਤ ਸੰਗਤ ਕਰਨੀ ਪੈਣੀ, ਤਾਂ ਮਨ ਦੀ ਮੈਲ ਲੈਣੀ ਹੈ। ਸਤਿਗੁਰੂ ਸਾਹਿਬ ਕਿਰਪਾ ਕਰੇ, ਲੋਕ ਵੀ ਸੁਹੇਲਾ ਹੋਵੇ, ਪਰ ਲੋਕ ਵੀ ਸੁਹੇਲਾ ਹੋਵੇ। ਮੈਂ ਹੁਣ ਕਈ ਗੁਰਸਿੱਖ ਪਿਆਰੇ ਦੇਖੇ ਆ ਜਿਹੜੇ ਸਾਧ ਸੰਗਤ ਜੀ ਅੱਜ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਹਨੇਰੇ ਵਿੱਚ ਰਹੇ ਹਾਂ, ਸਾਨੂੰ ਤੇ ਪਤਾ ਹੀ ਨਹੀਂ ਹੁੰਦਾ ਸੀ ਵੀ ਆਹ ਵੀ ਜ਼ਿੰਦਗੀ ਹੁੰਦੀ ਹੈ, ਆਹ ਵੀ ਸਾਰਾ ਕੁਝ ਹੁੰਦਾ ਹੈ। ਅਸੀਂ ਹਨੇਰੇ ਵਿੱਚ ਰਹੇ ਹਾਂ। ਇੱਕ ਸਾਧ ਸੰਗਤ ਜੀ ਮੈਨੂੰ ਮਾਫ ਕਰਿਓ, ਦੁਆਬੇ ਦੇ ਵੱਡੇ ਭਾਗ ਨੇ ਵੀ ਦੁਆਬੇ ਚ ਮਾਇਆ ਬਹੁਤ ਹੈ, ਤੇ ਦੁਆਬੇ ਦੀ ਇੱਕ ਬਦਕਿਸਮਤੀ ਵੀ ਹੈ ਕਿ ਦੁਆਬੇ ਚ ਸਿੱਖੀ ਘੱਟ ਹੈ, ਅੰਮ੍ਰਿਤ ਘੱਟ ਹੈ, ਭੈਣਾਂ ਵੀ ਅੰਮ੍ਰਿਤ ਧਾਰੀ ਘੱਟ ਨੇ। ਮਾਝੇ ਚ ਜਾ ਕੇ ਦੇਖ ਲਓ ਤੁਹਾਨੂੰ ਵੱਧ ਅੰਮ੍ਰਿਤ ਧਾਰੀ ਮਿਲਣਗੇ, ਮਾਇਆ ਘੱਟ ਮਿਲੂਗੀ। ਇੱਥੋਂ ਦੇ ਸਾਧ ਸੰਗਤ ਜੀ ਜ਼ਿਆਦਾ ਜਿਹੜੇ ਵਸਨੀਕ ਨੇ ਉਹ ਬਾਹਰਾਂ ਨਾਲ ਸੰਬੰਧਤ ਰੱਖਦੇ ਨੇ, ਸੰਬੰਧ ਰੱਖਦੇ ਨੇ। ਕੋਈ ਕਿਤੇ ਹੈ, ਕੋਈ ਕਿਤੇ ਹੈ, ਕੋਈ ਕਿਤੇ ਹੈ। ਕੇਸ ਕਟਾਏ ਨੇ, ਦਾੜਾ ਕਟਾਇਆ ਹੈ, ਕੇਸਾਂ ਦਾ ਕਤਲ ਕੀਤਾ ਹੋਇਆ ਹੈ। ਪਿੱਛੇ ਜਿਹੜੀਆਂ ਉਹਨਾਂ ਦੀਆਂ ਧਰਮ ਸੁਪਤਨੀਆਂ ਨੇ ਉਹ ਵੀ ਹਾਰ ਸ਼ਿੰਗਾਰ ਕਰਦੀਆਂ, ਸਿੱਖੀ ਨੂੰ ਪਸੰਦ ਨਹੀਂ ਆਪਾਂ ਕਰਦੇ, ਪਤਾ ਲੱਗ ਜਾਂਦਾ ਹੁੰਦਾ ਹੈ। ਸਿੱਖੀ ਤੋਂ ਆਪਾਂ ਥੋੜੇ ਜਿਹੇ ਦੂਰ ਹਾਂ। ਸਤਿਗੁਰੂ ਕਿਰਪਾ ਕਰੇ ਸਿੱਖੀ ਦੇ ਨੇੜੇ ਹੋਈਏ। ਜਿਹੜਾ ਸਰੂਪ ਸਾਬਤ ਸੂਰਤ ਗੁਰਸਿੱਖ ਦਾ ਹੈ, ਉਹ ਸਰੂਪ ਕਿਸੇ ਹੋਰ ਦਾ ਨਹੀਂ ਹੋ ਸਕਦਾ। ਜਿਹੜਾ ਸਰੂਪ ਸਾਬਤ ਸੂਰਤ ਕਿਸੇ ਭੈਣ ਦਾ ਹੈ, ਉਹ ਸਰੂਪ ਕਿਸੇ ਹਾਰ ਸ਼ਿੰਗਾਰ ਕਰਨ ਵਾਲੀ ਬੀਬੀ ਦਾ ਨਹੀਂ ਹੋ ਸਕਦਾ। ਜਿਹੜਾ ਸਰੂਪ ਕਿਸੇ ਸਾਬਤ ਸੂਰਤ ਸਿੱਖ ਦਾ ਹੈ, ਗੁਰੂ ਦੇ ਸਿੱਖ ਦਾ ਹੈ, ਉਹ ਸਰੂਪ ਕਿਸੇ ਮੋਨੇ ਘੋੜੇ ਦਾ ਨਹੀਂ ਹੋ ਸਕਦਾ। ਇੱਕ ਮੈਂ ਗੱਲ ਲਿਖੀ ਸੀ, ਸਤਿਗੁਰਾਂ ਨੇ ਕਿਰਪਾ ਕੀਤੀ ਸੀ, ਉਹ ਸੁਣੋ। ਕੀ ਕਰੇਗਾ ਦੁਨਿਆਵੀ ਧਨ ਦੌਲਤ ਲੈ ਕੇ? ਕਲੀ ਦੁਨਿਆਵੀ ਧਨ ਦੌਲਤ ਕੀ ਕਰਾਂਗੇ ਲੈ ਕੇ? ਇਸੇ ਕਰਕੇ ਆਪਾਂ ਸਾਰਾ ਕੁਝ ਛੱਡੀ ਫਿਰਦੇ ਹਾਂ ਨਾ, ਇਸੇ ਕਰਕੇ। ਪਿਤਾ ਕਿੱਥੇ ਹੈ ਜੀ? ਦੁਬਈ ਗਿਆ ਹੈ। ਅੱਛਾ, ਅੰਮ੍ਰਿਤਧਾਰੀ ਹੈ ਜੀ? ਨਹੀਂ। ਟਰਾਲਾ ਚਲਾਉਂਦਾ ਹੈ? ਅੱਛਾ, ਟਰਾਲਾ ਚਲਾਉਂਦਾ ਹੈ। ਕੀ ਟਰਾਲਾ ਸਾਧ ਸੰਗਤ ਜੀ ਕੇਸ ਰੱਖ ਕੇ ਨਹੀਂ ਚੱਲਦਾ, ਦਾੜਾ ਰੱਖ ਕੇ ਨਹੀਂ ਚੱਲਦਾ।
कि गुरु के सिख ट्राले नहीं चलाते। दुबई में किन्ने ऐसे गुरसिख ने जोड़े साध संगत जी साबत सूरत अमृत धारी तैयार पर तैयार ने। कई वेले ने आप कई गुरसिख मिले ने जिन्होंने सब कुछ निजी ट्रक से रखा हुआ, आपका मकाते ने, आपका खाते किरत भी करते हैं, गुरु नाल प्यार भी है, नाम भी जपते हैं, वंड के भी छकते हैं। हरेक मुल्क के अमरीका चले जाओ, कनेडा चले जाओ, आस्ट्रेलिया चले जाओ, न्यूजीलैंड चले जाओ, तो एक नहीं हजारां गुरु के सिख मिलणगे जिहड़े ड्राइव नहीं करते, साबत सूरत ने, खुले प्रकाश दाढ़े ने, शेरां वांग खप है गुरसिखां दा, शेरां वांग खपदे ने। सोहना सोहना साध संगत जी सिर ते दमाला है, सोहना दस्तारा है, सरदार ने गड्डी विच भजन बंदगी हो रहा है, कीर्तन चलता है, कथा चलती, कमीशरी चलती, ढाडी वारा चलदियां, क्या सोहनी सरदारी है। सतगुरु की किरत हथ कामकार वाल है, चित जार वाल है, हथ कार वाल, चित जार वाल, किरत हो रही है, भजन बंदगी भी हो रही है। पर उन्होंने क्या जीना है जिन्हों के सिर ते केस नहीं, मूँह ते दाड़ा नहीं, ते गड्डी विच भी गंद पिल चल रहा है, खा रहे हैं, पी रहे हैं, गंदा साध संगत जी गड्डी बजा रहे हैं, गाने बज रहे हैं, दिन भी रात। सवासां की कीमत ही पता नहीं कि सवासां की कीमत है की है, सवासां की कीमत की होती है। ये संसारियों जिंदगी साध संगत की संसारी जिंदगी प्यारी लगती है, पर भुलेखा जो भुलेखा कह रहे हैं जिमें हनेरे जैसी सप लगती है। जिदन संसारियों तुहाडे उत्ते गुरु की कृपा हो गई, दमाले दस्तारे सजा लए, अमृत छक लए, गुरु वाले बन गए, उदन तुसीं खुद अपने जीवन नाल कहोगे हाँ हुण जिंदगी जीवन का स्वाद है, हुण आनंद है। असीं तो मर चले सी हारा शिकारा च फस के, असीं तां जो दुनिया दीयां भैड़ियां चीज़ां गंदियां मंदियां चीज़ां खादियां। कई ऐसे साध संगत जी गुरसिख मैनूं मिले ने जिहड़े पहलां नशा खा लेंदे हुंदे सी, जदों गुरसिख नहीं सी बने, महाराज की कृपा नहीं सी, वो आप अपने जीव नाल कहंदे ने, जिहड़ी जीव नाल खांदे सी ना उसी जीव नाल कहंदे ने भाई साहब जी कोई भी चीज़ छड्डी, सब कुछ खा लेते रहे हैं, पी लेते रहे हैं, पर साड़ियां अखां ही हुण खुलीआं, सानूं हुण पता लग्या कि आ जिंदगी जीवन का स्वाद है। पर जेड़े अजे भी संसार में फसे ने ना, रीति रिवाजां में फसे ने, झूठे हार शिंगार में फसे ने, उन्हां दीयां अखां जे खुलीआं नहीं, बंद ने। अरदास करो सच्चे पातशाह साड़ियां अखां खोलो कि सानू समझ बख्शो, हनेरा दूर करो कि महाराज सानू समझ बख्शो। समझ कोई नहीं साध संगत जी, सियाणे ना समझो। अज जिन्ने असीं बैठे हाँ इत्थे गुरु साहब जी की हजूरी च, मैनूं सारिआं दा ते नहीं पता, जिन्ने भी आपां बैठे हाँ जां जिन्ने असीं घरां च सुण रहे हैं कि असीं साहब अमृतधारी बैठे, जिन्ने आपां इत्थे बैठे हाँ कि सब अमृतधारी बैठे हैं। हुण मैनूं पता नहीं सारी कृपाना तो दिसदियां ने, कुछ दियां दिसदियां, पर जे अमृतधारी बैठे हाँ फिर सियाणे हाँ, पर जे अजे भी नगुरे हाँ फिर नहीं सियाणे आपां, फिर अजे न्याणे हाँ, बच्चों का सुभाव है साडा, अजे सियाणे होए नहीं। जिदन सियाणे हो गए उदन तरले लांगे सतगुरु सानू अमृत की दात बख्शते, छेती छेती कृपा करते साडे उत्ते। जिदन सियाणे हो गए, सियाणे होने की निशानी उदन पता लग जानी है तुहानू। जिदन सियाणे हो गए उदन साध संगत जी कथा कीर्तन किते पता लगे भी दीवान सजदे भज के जाके बैठा कि समा सफल कर लिए, समा लंघदा जाता है, अजे सियाणे नहीं हुए आपां। हाँ सतगुरु साहब जी के चरणों से अरदास करिए सच्चे पातशाह सानू समझ बख्शो,
सानू सियाणप बख्श। निर्गुण यार ए आने सो प्रभ सदा संभाल। जिन किया तिस जीत रख नानक ने भी नाल। जिस परमात्मा ने तेन बनाया है उस परमात्मा को चेते रख, उन्हें तेरे नाल निभना है, उन्हें तेरे नाल निभना है। उस वाहिगुरु ने तेरा साथ लेना है। तब जो सियाणप सिरजन सियाणप जी है ना दुनियावियां सियाणपां नूं छड्डीए। सतगुरु ने बाणी में एक थान पर आख्या है संजम सहस सियाणपा प्यारे एक ना चली नाल। जो बेमुख गोबिंद दे प्यारे तिन कोल लागे गाल। सतगुरु कहंदे जिहड़ियां साडियां सियाणपां है ना बंदा चक्की करदा दुनिया भी सियाणपां सतगुरु कहंदे एक नहीं नाल जांदी है सियाणप। संजम सहस सियाणपा हजारां सियाणपां संजम रखते हुए करते हुए सियाणपां एक ना चली नाल, एक नहीं नाल चलती, नाल नहीं निभदी। अगली तुक विच महाराज ने आख्या जो बेमुख गोबिंद दे प्यारे। जेड़े गुरु तो बेमुख ने मुख मोड़िया होया है ते साथ सारी असीं आखिए भी असीं ते मुख कोई नहीं मोड़िया, साडा मुख ते गुरु वाल है। नहीं, गुरु वाल मुख नहीं है, गुरु वाल मुख नहीं साडा। तुसीं आखो जी जे गुरु वाल मुख नहीं तां गुरुद्वारे किदां आ गए आपां? गुरुद्वारे उदां ही आ गए जिवें घर च पत्नी ते पति हुंदा है। कई साल नहीं हुंदे पर रहिंदे इक्को घर च, कई साल नहीं हुंदे, महीने महीने दो महीने लंघा दिंदे, कई बार लड़े होंदे कुंदे नहीं, रहिंदे इक्को घर च, घर थोड़ा छड्डदे। बेमुख आपां गुरु तो किवें हां? जे आपां गुरु दे सन्मुख होंदे ना फिर साध संगत जी साडे हाथ च कड़ा होना सी सर्व लोहे दा। जे असीं गुरु तो बेमुख ना होंदे ते फिर साडे गाते कृपान होनी सी। जे असीं गुरु तो बेमुख ना होंदे ते तेड़ कशहरा होना सी, सिर ते सोने केस होने सी, सोना दमाला दस्तारा होना सी, कहत तो मुराद अमृत धारी होना सी। ये बेमुख की निशानी है जिहड़ा अजे तक अमृतधारी नहीं हुए, अमृतधारी नहीं हुए। की करेगा दुनियावी धन दौलत लैके जे तेरे कोल आत्मक खजाना है नी। बाहर की धन दौलत लैके की करेगा? कोठी पा लेगा, किन्नी क वड्डी पा सकता है, किन्ने क कमरे बना सकता है, 50 लाख ला लेगा, करोड़ ला लेगा, 2 करोड़ ला लेगा, की हो जाएगा उहदे नाल? की निकलेगा उहदे विचों? कि मन को सुकून मिल जाएगा, मन को चैन मिल जाएगा, मन को शांति मिल जाएगी, सुख आ जाएगा जिहड़ा सुख चाहिए। तुसीं आखोगे भी हाँ सुख आ जाएगा, असीं ते आखांगे आ जाएगा, पर गुरबाणी में पुछो संसार करके बंदा बड़ा बन जाए तो सुख आ जाता है? सतगुरु कहते नहीं। महाराज की कहते हैं वड्डे वड्डे जो दिसे लोग तिनको व्यापै चिंता रोग। जिन्ने वड्डे दुनिया वड्डियां उन्हां दियां चिंता ने, उन्नियां वड्डियां चिंता चंगी करदे, चिंता लगी हुई है। साध संगत जी सोने का घर तो नहीं बना सकते आप। रावण का घर सोने का सी लंका, श्रीलंका लंका सोने की सी, सारा सोने का सी, सोना सी सारा। असीं तो इट्टां दा ही बनाउने आ। कित्थे अज वो रावण जिहड़ा सोने की लंका च रहिंदा सी? घर बना लवांगे की होएगा उहदे नाल? मन को चैन आ जाएगा, मन को सुकून आ जाएगा, मन शांत हो जाएगा, सुख आ जाएगा जिहड़ा सुख चाहते हैं। फिर भी नहीं होना।
किन्नी माया कमा लेगा सारी उम्र की रज जाएगा? नहीं, रज नहीं होना। किन्ना धन पदार्थ इकट्ठा कर सकता है? कर लै जिन्ना इकट्ठा करना है। रज जाएगा? कोई रज नहीं। जे असीं आखिए कि 100 करोड़ इकट्ठा करना है, 100 करोड़ इकट्ठा करके फिर जी भजन बंदगी करनी है। ये साध संगत जी, जे 100 करोड़ इकट्ठा करके भजन बंदगी होंदी होवे ते तुहानूं इदां दे बंदे विखा दिंदे आ जिन्हां दे अकाउंटां 'च 200 करोड़ बैठा करदे ने भगती। पुछ लो नाम जान जपदे ने नाम, वो 200 करोड़ जपण दिंदा, किते बंदगी करन दिंदा, किते नाम जपण दिंदा? नहीं, बंदगी नहीं हो सकती। रज हो जाएगा। तृष्णा बिरले ही की बुझी, बिरला बिरला जिहदी कोई तृष्णा बुझदी है, नहीं जे तृष्णा अगे बढ़ती जाती है। की करेगा दुनियावी धन दौलत लैके, जे तेरे कोल आत्मक खजाना है नी। गली दुनियावी धन दौलत लैके की करांगे? बड़ा बड़ा धनाट, बड़े बड़े धनाट बैठे। एक साध संगत जी, किसी शाहूकार का पुत्र मर गया, अजे थोड़े थोड़े साह दे चलते सी, कला कला उहदा पुत सी, माया उहदे कोले बहुत सी, बड़ा धनाट सी वो पैसे करके। पुत्र उहदा साध संगत जी थोड़ा इस तरह कह लो कि मरण किनारे से कोई साथ चलता सी। वो अपने पुत्र को लैके हस्पताल पहुंचे। हस्पताल जाके उन्हें उन्होंने पता सी कि पुत्र मेरा ज़्यादा साध संगत बीमार है, दुखी रोगी है, पैसे लग सकते हैं, बहुत पैसे लग सकते हैं। पैसा उन्होंने को बहुत सी, वो टैचरिया भर के रह गया नाल। कला कला पुत है, पुत बचाना है, पैसे की कोई गल नहीं, सब कुछ उहदा ही सी। जदों हस्पताल लैके गया, डॉक्टर ने आखिया भी मेरे पुत का इलाज करो, महंगे तो महंगा इलाज करो, पैसे की परवाह ना करो, पैसा जिन्ना कहो जोड़ना। साध संगत जी डॉक्टरों ने इलाज शुरू किया। महंगे महंगे डॉक्टर भी उहदे पुत नूं बचा नहीं सके, उहदा पुत मर गया। जब मरे हुए पुत के कोल पहुंचा, मरे हुए पुत वाल वेख के सोची पै गया, बड़ा दुख करता, दुखी होया। वो जो टैची चक्की मिलता सी ना नोटां का, वो सारा टैची नोटां का उन्हें हस्पताल उत्थे ही खिलार दिता। कहता किसी काम नहीं है माया, पुत की जान नहीं बच सकी। की करनी है माया, जान नहीं बचा सकी। इस करके माया 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 की दुनियावी धन दौलत पदार्थ सब कुछ ने। ठीक है, दुनियावी धन पदार्थ बहुत कुछ ने, पर सब कुछ नहीं है। बहुत कुछ ने, मैं मानता ये गड्डी आ जाती, घर आ जाता, कपड़े आ जाते, रस्ता मस्तां आ जांदियां, फल फ्रूट आ जाते, इमारतां बन जांदियां, जमीनां खरीद हो जांदियां, टॉवर बन जाता, पखे आ जाते, बहुत कुछ आ जाता। माया बहुत कुछ है पर सब कुछ नहीं, बहुत कुछ है पर सब कुछ नहीं। सब कुछ की है? सब कुछ नाम है। सर्व रोग का औषध नाम, सारे रोगों का इलाज नाम है, दवा नाम है। कला दुनियावी धन पदार्थ दौलत कुछ नहीं है। साध संगत सब कुछ है पर बहुत कुछ है, पर सब कुछ नहीं, बहुत कुछ है। की करेगा दुनियावी धन दौलत लैके, जे तेरे कोल आत्मक खजाना है नी। आत्मक खजाना केड़ा? आ जिहड़ा असीं हुण झोलियां भरना है, नाम बाणी सेवा सिमरन, इहनूं आत्मक खजाना कहते हैं। जिहड़ा इस लोक विच भी सहाई हुंदा है ते जिहड़ा उस लोक विच भी सहाई हुंदा है। अगली गल सुनो,
जे कला दुनियावी धन पदार्थ है, आ धन पदार्थ साडे कोल नहीं। अगली गल सुनो, दुनिया ते आना तेरा व्यर्थ खोजू, जे कलगीधर दा तेरे कोल पाना है नी। दुनिया ते आना सफल नहीं हो सकना, दुनिया में आप आए सफल नहीं हो पाना, सफलता नहीं प्राप्त होनी। जे कलगीधर दा बख्शिया होया बाना, कलगीधर पातशाह की बख्शी बाणी ना साडे कोल होई, तां बेनतियां करीदियां ने। जे साध संगत जी मन च दुख ना हुंदा, जां इस तरह कह लो कि मन च ये रीझ ना हुंदी, बेगाने समझदे हुंदे, ते तुहानूं बार-बार बेनती ना करदे कि अमृत छको गुरु वाले हो। एक बार बेनती करके हट जाते भी आपे छक लैणगे, सानू क्या आपे खाणगे मार जावांगे, आपे नरकां च जाणगे, सानू क्या जदों फिर नरकां च जाणगे, जिन्ना तो मार खाणगे आपे पता लग जाऊ कि अमृत की हुंदा। पर नहीं, मन में ऐसा विचार नहीं चलता। गुरमुख जिहड़े ने, गुरमुखां दा सुभाव हुंदा है बार बार नाम जपो बेनतियां करदे। साध संगत जी जदन का गुरु साहब जी ने इत्थे एक कारज बख्शिया सेवा का कथा का, उदन का ही मैं देखना भाई साहब जी नितनेम करते सवेरे शाम, सवेरे 5 बाणियां, शाम को रहरास साहब जी का नितनेम करते, नितनेम करके फतेह बुलाते, नाल दी नाल कहते हैं कि संगत जी कथा होनी है, कसामा हो गया ते कथा में हाजरियां भरे हुए। बार बार रोज रोज क्यों बेनतियां करते हैं कि संगत जी ये जन्म सफला कर लो, साडा ते सतगुरु सफला करी जाते आ, तुसीं भी ना रह जाओ, तुसीं भी सफला करो। जे मन में कोई वो जी गल होवे ते सोचिए, जां मन में ये विचार आवे भी आपे जिन्हें आना होएगा आजेगा, जिन्हें नहीं आना ना आवे, सानू क्या आपे खाते फिरनगे धक्के, 84 के गेड़े च पै जाएंगे, खाणगे, कभी सप बनगे, कभी कुत्ता बनगे, कभी कीड़ी बनगे, बड़ा बड़ा बनगे। कुत्ता भी कदे मनुख बनया होना है, कुत्ता जिहड़ा है ना घरां च कुत्ते रखे अजे आप बड़े बुढ़े जे पाए है, रस्सियां रंग बिरंगियां रस्सियां पाइया, कदे इन्होंने साडे गल च भी पाई होनी है, तां ही आपां इन्हां दी गलां च पाइया। अज बिस्कुट खाते होने, कभी असीं भी खाते होवांगे बिस्कुट। कुत्ता कदे साध संगत जी मनुख बनया होना, पक्का बनया होया, इनू मिलिया होना मनुखा जन्म। आ मझां गावां मनुखा जन्म मिलिया होएगा, मझां वेखो साध संगत जी उत्थे किरिया करदियां, उत्थे बह जांदियां, उत्थे सौ जांदियां। क्या जिंदगी है उन्होंने, कोई है कोई जिंदगी दस सकदियां कोई? कई बार खुले च पट्ठे खांदियां, कई बार खुले च किरिया कर लैंदियां। उत्थे ही साध संगत जी उन्होंने बहना, उत्थे सौना, उत्थे खलोना, उत्थे ही सब कुछ है। कोई एडी साफ सफाई, एडी साफ सफाई गधे ने साध संगत जी, गधे नहाओ धुआओ, ਉਹਦੇ ਉੱਤੇ चंदन छिड़को, ਉਹਨੂੰ ਛੱਡ ਦਿਓ ਨਹਾ ਧਵਾ ਕੇ, ਉਹ फिर साध संगत जी जाके रूढ़ी च लेटे मारता, रूढ़ियां दे जाता। बड़ा कुछ तुसीं हर रोज वेखदे हो। इन्हां नूं भी कदे मनुखा जन्म मिलिया सी, इन्हां नूं मनुखा जन्म। कुत्ते नूं भी अज जिन्ने कुत्ते इधर उधर फिरदे तुसीं देखदे हो, जां घरां च जिन्हां ने रखे ने, इन्हां नूं मनुखा जन्म मिलिया सी। पर साध संगत जी मनुखा जन्म मिलिया सी, भजन बंदगी इन्हां ने कोई नहीं कीती, कुत्ते बन गए तां करके। जन्म नहीं इन्हां ने सफल कीता अपना, तां कुत्ते बने। हुण साध संगत जी इस गल का बुरा ना मनायो, जे मेरी गल का बुरा मनाओगे तो मैं सतगुरु की बाणी विचों सुना देवांगा। सतगुरु की बाणी कहती है कि नाम ना जपिया, अमृत ना छकिया, भजन बंदगी ना कीती,
जन्म ना सफल किया। पहला भी टेढ़ियां बेटियां जूना च पए सी भी जे जन्म ना सफल किया दोबारा फिर पै जाना। हुण ये तां गुरु जानदा जां वो जानदा की पता कुत्ता बनना है किन्ने कुत्ता बनना है किन्ने सप बनना है किन्ने कां बनना है। कां किते खीर खांदा है साथ संगत जी तुसीं देखिया नहीं वो क्या खांदा गंदगी खांदा है। एक जून टेढ़ी एक खांदा जी गंदगी है। इस करके बड़े जानवर तुहानूं ऐसे मिलणगे जिहड़े गंदगी खांदे ने। एक जून टेढ़ी एक खा गंदगी रहे ने। ये तो सतगुरु ने सानू मनुखा जन्म बख्शिया है पर माफ करना बंदा बंदा हो के भी बंदा नहीं बनता। बंदा हो के भी बंदा नहीं बनता। एक किसी लिखारी ने बड़ा सोहना लिखा तुहानू सुना देना। वो कहता वारी ते बलहारी जाइए नित ओदी शान जिस दियां कुदरतां बनाया कुछ बंदा है। बलहार जाइए उस सतगुरु तो जिन्हें बंदा बनाया क्या सोहना शरीर बनाया। जिथे जिथे जिहड़ी जिहड़ी चीज फबदी सी सोहनी लगदी सी सतगुरु ने वो लाई है। पर कई बार शौक पुठे पुठे पा लेने। कई ने कन्ना च वालियां पाउणियां हुंदियां कई मुंडे तुहाडियां च पाई फिरदे है। वेख लो शौक वेख। अच्छा भाई रब ने तुहानूं सोहणे नहीं ना बनाया। संत बाबा जरनैल सिंह खालसा महापुरख क्या करते कई साध संगत जी कई कुड़ियां जिहड़ियां ने उन्हां दा लिबास विगड़ गया। वो पैंटां पाई फिरनगियां पैंटां दियां पाई फिरनगियां मुंडियां वाले कपड़े पाउणगियां बंदियां वाले कपड़े पाउणगियां। ते कई जिहड़े मुंडे ने फैशनेबल वो साध संगत बीबियां वाले शौक रखणगे संसारी बीबियां वाले शौक रखणगे। कन्ना च नत्तियां जिहियां पा लैणगे कई भरवटियां च भी पा लैणगे बालियां। वो कईयां नूं मैं वेख्या भरवटियां च भी कईयां ने पाईयां कन्ना च कईयां आम वेख्या। खास करके दुआबे च ये काम बहुत है। बाहरों वेख आउंदे है ना अमरीका कनेडा पंगे आस्ट्रेलिया तो इत्थे करन लग पैंदे। बाबा जरनैल सिंह खालसा महापुरख फिर इस गल नूं किवें दसदे हुंदे। बाबा जी कहते कि जे शौक इदां दे रखने ने ना जे इदां दे शौक रखने ने बंदा हो के बीबियां ने शौक रखने ने फिर सतगुरु के चरणों च अरदास करो सच्चे पातशाह तेरे तो भुल हो गई सानू बीबी बनाना सी बनाता बंदा पर महाराज साड़ी अरदास करी अगले जन्म से सानू बीबी बनाई तां जो शौक पूरे कर लिए। ते जिहड़ियां भैणां ने जिन्हां ने अपने लिबास बिगाड़े हुए है पैंटां जिहियां पाई जांदियां वो भी ये अरदासां करन कि सच्चे पातशाह सानू तू बीबी बनाता कुड़ी बनाता औरत बनाता तेनू भुलेखा लग गया है। साडे शौक मुंडियां वाले ने बंदियां वाले ने ते साडी अरदास पूरी करी अगले जन्म में सानू बंदा बनाई भी शौक पूरे कर दिए। नहीं जो कुछ सानू सतगुरु ने बख्शिया वो कुछ करो। जे सानू नहीं पता लगता ते साध संगत जी दमदमा साहिब जाओ उत्थे भाई डल सिंह दा घर है हवेली कह लो हवेली घर सी वो घर है भाई डल सिंह दा। जे सानू नहीं ना पता लगता कि लिबास किहो जिहा पाउणा चाहिए ते दमदमा साहिब बठिंडे जाओ भाई डल सिंह दे घर जाओ उत्थे जाके गुरु गोबिंद सिंह साहिब जी दे ते माता साध संगत जी साहिब कौर दे वस्त्र वेख लिओ वो वेख के सिक्ख्या लै लो कि साडी मां किहो जिहे कपड़े पाउंदी हुंदी सी ओहो जिहे पा लिया करो। गुरु गोबिंद सिंह साहिब जी का भी उत्थे चोला है अपने पिता के वस्त्रां वल वेख के सिक्ख्या लै लो कि साडा पिता किहो जिहे कपड़े पाउंदा हुंदा सी ते आपां किहो जिहे पाउण लग पए। गुरु कृपा करे वारी ते बलहारी जाइए नित ओदी शान तो जिस दियां कुदरतां बनाया कुछ बंदा है। अड्डो अड्डी हड्डियां दे जोड़ जोड़े जुगत नाल कीती सो सफाई सोना फेर फेर रंदा। देखो अड्डो अड्डी हड्डियां ने सतगुरु ने किन्ने सोहने जोड़ जोड़े